ਸਿੱਖਿਆ ਵਿਭਾਗ ਪੰਜਾਬ ਵੱਲੋਂ 7ਵੀਂ ਜਮਾਤ ਦੇ ਸਮੂਹ ਵਿਦਿਆਰਥੀ ਦਰਸ਼ਕਾਂ ਦਾ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਸਵਾਗਤ, ਵੈਲਕਮ, ਜੀ ਆਇਆਂ ਨੂੰ। ਪਿਆਰੇ ਵਿਦਿਆਰਥੀਓ, ਮੈਂ ਅੱਜ ਆਪ ਜੀ ਵਾਸਤੇ ਤੁਹਾਡੀ ਸਮਾਜਿਕ ਵਿਗਿਆਨ ਦੀ ਕਿਤਾਬ ਦਾ ਜੋ ਫਸਟ ਲੈਸਨ ਹੈ ਵਾਤਾਵਰਣ, ਉਹਦੇ ਸੰਬੰਧ ਦੇ ਵਿੱਚ ਕੁਝ ਨਵੀਂ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਪਿਆਰੇ ਵਿਦਿਆਰਥੀਓ, ਪਹਿਲਾਂ ਆਪਾਂ ਪੜ੍ਹ ਚੁੱਕੇ ਹਾਂ ਕਿ ਸਾਡੇ ਵਾਤਾਵਰਣ ਦੇ ਵਿੱਚ 4 ਅੰਸ਼ ਨੇ: ਥਲ ਮੰਡਲ, ਜਲ ਮੰਡਲ, ਵਾਯੂ ਮੰਡਲ, ਜੀਵ ਮੰਡਲ। ਤੇ ਮੈਂ ਅੱਜ ਤੁਹਾਨੂੰ ਜਲ ਮੰਡਲ ਬਾਰੇ ਬੇਟਾ ਦੱਸਣ ਜਾ ਰਿਹਾ ਹਾਂ। ਤੁਸੀਂ ਸਾਰੇ ਇਹ ਤਾਂ ਜਾਣਦੇ ਹੋ ਕਿ ਸਾਡੀ ਧਰਤੀ ਦੇ ਉੱਪਰ ਜੋ ਪਾਣੀ ਦੀ ਮਾਤਰਾ ਹੈ ਬੇਟਾ, ਉਹ ਕਿੰਨੀ ਹੈ? ਹਾਂਜੀ, ਸ਼ਾਬਾਸ਼, 71%। ਬਿਲਕੁਲ ਸਹੀ ਬੇਟਾ। ਤੇ ਆਓ ਅੱਜ ਤੁਹਾਨੂੰ ਮੈਂ ਮਿਲਾਣਾ ਬੇਟਾ ਦੁਨੀਆ ਦੇ ਜਿਹੜੇ ਮਹਾਸਾਗਰ ਨੇ ਉਹ ਕਿੱਥੇ ਕਿੱਥੇ ਨੇ ਔਰ ਉਹਨਾਂ ਦੇ ਨਾਮ ਕਿਆ ਹੈ ਬੇਟਾ। ਤੇ ਆਓ ਮੈਂ ਤੁਹਾਨੂੰ ਬੇਟਾ ਲੈ ਚੱਲਦਾ ਹਾਂ। ਤੁਸੀਂ ਬੇਟਾ ਆਪਣੀ ਟੀਵੀ ਸਕਰੀਨ ਤੇ ਧਰਤੀ ਦੇਖ ਰਹੇ ਹੋ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਧਰਤੀ ਦੀ ਜੋ ਘੁੰਮਣ ਦੀ ਦਿਸ਼ਾ ਹੈ ਬੇਟਾ, ਇਹ ਹੈ ਪੱਛਮ ਤੋਂ ਪੂਰਬ ਵਾਲੇ ਪਾਸੇ। ਆ ਦੇਖੋ, ਇਸ ਤਰ੍ਹਾਂ ਘੁੰਮਦੀ ਹੈ ਬੇਟਾ ਇਹ, ਔਰ ਐਸੇ ਕਰਕੇ ਹੀ ਜੋ ਸੂਰਜ ਹੈ ਸਾਨੂੰ ਉਹ ਪੂਰਬ ਵੱਲ ਚੜ੍ਹਦਾ ਹੋਇਆ ਦਿਖਾਈ ਦਿੰਦਾ ਹੈ ਬੇਟਾ। ਤੇ ਇਹ ਦੇਖੋ, ਜਿਹੜਾ ਬੇਟਾ ਇਹ ਨੀਲਾ ਰੰਗ ਦਿਖਾਇਆ ਗਿਆ ਹੈ, ਇਹ ਪਾਣੀ ਨੂੰ ਦਰਸਾਉਂਦਾ ਹੈ ਔਰ ਇਹ ਆਪਣਾ ਜਿਹੜਾ ਹੈ ਸਾਰਾ ਇਹ ਥਲ ਭਾਗ ਨੇ ਬੇਟਾ, ਵੱਖਰੇ ਵੱਖਰੇ ਮਹਾਦੀਪ ਨੇ। ਤੇ ਆਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੁਨੀਆ ਦੇ ਸਭ ਤੋਂ ਵੱਡੇ ਤੇ ਸਭ ਤੋਂ ਡੂੰਘੇ ਮਹਾਸਾਗਰ ਦੇ ਵਿੱਚ ਲੈ ਚੱਲਦਾ ਹਾਂ ਬੇਟਾ। ਇਹ ਆਪ ਜੀ ਦੇ ਜੋ ਹੈ ਸਕਰੀਨ ਦੇ ਉੱਪਰ ਸਾਹਮਣੇ ਦੇਖੋ ਬੇਟਾ, ਦੂਰ ਦੂਰ ਤੱਕ ਜੋ ਹੈ ਕਿਤੋਂ ਵੀ ਧਰਤੀ ਨਜ਼ਰ ਨਹੀਂ ਆ ਰਹੀ। ਇਹ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਡੂੰਘਾ ਮਹਾਸਾਗਰ ਹੈ ਔਰ ਇਸ ਮਹਾਸਾਗਰ ਦਾ ਨਾਮ ਬੇਟਾ ਪ੍ਰਸ਼ਾਂਤ ਮਹਾਸਾਗਰ। ਦੇਖੋ ਕਿੰਨਾ ਵੱਡਾ, ਕਿੰਨਾ ਡੂੰਘਾ ਮਹਾਸਾਗਰ ਹੈ ਨਾ। ਔਰ ਇਹ ਮੰਨਿਆ ਗਿਆ ਹੈ ਬੇਟਾ ਕਿ ਇਹ ਵੱਡਾ, ਇੰਨਾ ਵੱਡਾ ਹੈ ਬੇਟਾ ਕਿ ਜੇਕਰ ਆਪਣਾ ਮਾਮਾ, ਜਿਹਨੂੰ ਆਪਾਂ ਮਾਮਾ ਕਹਿੰਦੇ ਆ ਨਾ, ਹਾਂਜੀ ਹਾਂ, ਚੰਨ ਮਾਮਾ, ਬਿਲਕੁਲ, ਕਿ ਜੇਕਰ ਅਸੀਂ ਚੰਨ ਮਾਮੇ ਨੂੰ ਚੱਕ ਕੇ ਇਹਦੇ ਵਿੱਚ ਰੱਖ ਦਈਏ ਤੇ ਉਹ ਬਿਲਕੁਲ ਫਿੱਟ ਆਏਗਾ। ਦੇਖੋ ਕਿੰਨਾ ਵੱਡਾ ਮਹਾਸਾਗਰ ਹੈ ਬੇਟਾ। ਔਰ ਡੂੰਘੇ ਦੀ ਬੇਟਾ ਮੈਂ ਗੱਲ ਕਰਦਿਆਂ, ਇਹਦੀ ਡੂੰਘਾਈ ਇੰਨੀ ਜ਼ਿਆਦਾ ਹੈ ਬੇਟਾ, ਇੰਨੀ ਜ਼ਿਆਦਾ ਡੂੰਘਾਈ ਇਹਦੀ ਕਿ ਕਿੰਨੀ ਡੂੰਘੀ ਤੁਹਾਨੂੰ ਕਿਵੇਂ ਦੱਸਾਂ ਵੀ ਕਿੰਨੀ ਡੂੰਘੀ ਹੋਏਗੀ। ਹਾਂ, ਜਿਹੜੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਨਾ, ਤੇ ਜੇਕਰ ਮੈਂ ਉਸ ਮਾਊਂਟ ਐਵਰੈਸਟ ਨੂੰ ਚੱਕ ਕੇ ਇਹਦੇ ਵਿੱਚ ਰੱਖ ਦੇਵਾਂ ਨਾ, ਤੇ ਬੇਟਾ ਉਹਦਾ ਪਤਾ ਹੀ ਨਹੀਂ ਲੱਗੇਗਾ, ਉਹ ਸਾਰੀ ਜਿਹੜੀ ਹੈ ਡੁੱਬ ਜਾਏਗੀ। ਇਹਦਾ ਮਤਲਬ ਬੇਟਾ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਅਸੀਂ ਜਿੰਨੇ ਮਰਜ਼ੀ ਵੱਡੇ ਹੋ ਜਾਈਏ ਲੇਕਿਨ ਹੰਕਾਰ ਨਾ ਕਰੀਏ। ਠੀਕ ਹੈ ਜੀ। ਤੇ ਤੁਹਾਨੂੰ ਬੇਟਾ ਅੰਦਾਜ਼ਾ ਹੋ ਗਿਆ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਡੂੰਘਾ ਮਹਾਸਾਗਰ ਹੈ ਔਰ ਇਸ ਮਹਾਸਾਗਰ ਦਾ ਨਾਮ ਪ੍ਰਸ਼ਾਂਤ ਮਹਾਸਾਗਰ ਬੇਟਾ। ਚਲਿਏ ਤੁਹਾਨੂੰ ਹੋਰ ਦਿਖਾਣਾ। ਆ ਦੇਖੋ, ਆ ਸਾਰਾ प्रशांत महासागर है बेटा और जो नीचे है ये ऑस्ट्रेलिया महाद्वीप है। और ਇਹਦੇ ਨਾਲ ਦੇਖੋ ਇਹ अपना ਜਿਹੜਾ है भारत, अपना भारत, आ देखो आ अपना भारत है। और भारत ਦੇ जो आ ਹੇਠਾਂ ਜਿਹੜਾ बेटा महासागर है, और ਇਹ ਦੁਨੀਆ ਦਾ बेटा ਇੱਕੋ ਇੱਕ महासागर है कि ਜਿਹਦਾ ਨਾਮ ਕਿਸੇ ਦੇਸ਼ ਦੇ ਨਾਮ ਤੇ ਪਿਆ बेटा। और ਆਪਾਂ ਵੀ ਆਰ ਵੈਰੀ ਲੱਕੀ ਕਿਉਂਕਿ ਆਪਣੇ ਦੇਸ਼ ਦਾ ਜਿਹੜਾ ਹੈ ਪੁਰਾਣਾ ਨਾਮ ਸੀ बेटा ਪੁਰਾਣੇ ਸਮੇਂ ਦੇ ਵਿੱਚ ਹਿੰਦੁਸਤਾਨ। और ऐसे जो नाम ते इस महासागर का नाम भी बेटा रखा गया है हिंद महासागर, इंडियन ओशियन। ओके, तो ये तो देखो किवें जो है अपने भारत दे ये चरणों दे विच है बेटा। आ देखो आ सारा जिहड़ा है ये हिंद महासागर। और एक तुहानूं होर दिखाना बेटा, दुनिया का जिहड़ा दूसरा जो वड्डा महासागर है ना बेटा, ये प्यारे विद्यार्थी देखो ध्यान नाल नोट करते चलो। ये आ देखो,
ਜੀ ਆ ਦੇਖੋ, ਇਹ ਜਿਹੜਾ ਮਹਾਸਾਗਰ ਹੈ ਬੇਟਾ, ਜਿਹਦੀ ਸ਼ਕਲ ਅੰਗਰੇਜ਼ੀ ਦੇ ਅੱਖਰ ਐਸ ਵਰਗੀ ਹੈ। ਆ ਦੇਖਦੇ ਪਏ ਹੋ ਨਾ, ਜੇਕਰ ਮੈਂ ਇਸ ਤਰ੍ਹਾਂ ਬਣਾਵਾਂ ਤਾਂ ਇਹ ਐਸ ਬਣਦਾ ਹੈ ਔਰ ਐਸ ਵਰਗੀ ਹੈ। ਔਰ ਇਸ ਮਹਾਸਾਗਰ ਦੇ ਇੱਕ ਪਾਸੇ ਬੇਟਾ ਅਫਰੀਕਾ ਮਹਾਦੀਪ ਔਰ ਉੱਪਰ ਯੂਰਪ ਮਹਾਦੀਪ ਹੈ, और दूसरे पासे दक्षिणी अमेरिका महाद्वीप और ऊपर उत्तरी अमेरिका महाद्वीप है बेटा। और बेटा तुहानूं मैं ये भी दसना चाहूँगा कि ये जिहड़ा महासागर है, इस महासागर का नाम है अंध महासागर। हाँ जी, अंग्रेजी विच बेटा आपां कहने आ एटलांटिक ओशियन और पंजाबी दे विच अंध महासागर। ते बेटा ये जिहड़ा महासागर है, ਇਸ ਮਹਾਸਾਗਰ ਦੇ ਵਿੱਚ ਦੁਨੀਆ ਦੇ ਵਿੱਚ ਜਿਹੜਾ ਹੈ ਬੇਟਾ, ਸਾਗਰ ਦੇ ਰਾਹੀਂ ਜੋ ਟਰਾਂਸਪੋਰਟੇਸ਼ਨ ਹੁੰਦੀ ਹੈ, ਜੋ ਆਵਾਜਾਈ ਹੁੰਦੀ ਹੈ ਬੇਟਾ, ਇਸ ਮਹਾਸਾਗਰ ਦੇ ਰਾਹੀਂ ਸਭ ਤੋਂ ਜ਼ਿਆਦਾ ਹੁੰਦੀ ਹੈ। ਇਹਦਾ ਕਾਰਨ ਬੇਟਾ ਇਹ ਹੈ ਕਿਉਂਕਿ ਜੋ ਸਾਡੀ ਖਾੜੀ ਦੀ ਧਾਰਾ ਹੈ ਬੇਟਾ, ਖਾੜੀ ਦੀ ਧਾਰਾ ਜਦੋਂ ਜਾਂਦੀ ਹੈ ਉੱਪਰ ਉੱਤਰੀ ਅਮਰੀਕਾ ਤੋਂ ਬੇਟਾ ਮੁੜਦੀ ਹੋਈ ਨਾਰਵੇ ਤੱਕ ਜਾਂਦੀ ਹੈ, ਨਿਊ ਫਾਊਂਡਲੈਂਡ ਤੱਕ, ਤੇ ਉੱਪਰ ਨਾਰਵੇ ਕੋਲ ਜਾਂਦੀ ਹੈ ਬੇਟਾ। ਔਰ ਉੱਪਰੋਂ ਜਿਹੜੀਆਂ ਲੈਬਰੇਡਾਰ ਦੀਆਂ ਠੰਡੀਆਂ ਧਾਰਾਵਾਂ ਆਉਂਦੀਆਂ ਨੇ, ਤੇ ਜਦੋਂ ਬੇਟਾ ਉਹ ਮਿਕਸ ਹੁੰਦੀਆਂ ਨੇ ਤਾਂ ਜੋ ਗਰਮ ਧਾਰਾ ਹੈ ਖਾੜੀ ਦੀ, ਉਹ ਉਹਨਾਂ ਨੂੰ ਜੋ ਆਪਣੇ ਜੋ ਠੰਡੀ ਧਾਰਾ ਹੈ ਬੇਟਾ, ਜਾਂ ਜੋ ਉਹਨਾਂ ਦੇ ਵਿੱਚ ਕੋਈ ਬਰਫ਼ ਦੇ ਤੋਦੇ ਆਉਂਦੇ ਨੇ, ਤੇ ਉਹ ਉਹਨਾਂ ਨੂੰ ਪਿਘਲਾ ਦਿੰਦੇ ਨੇ, ਜੋ ਖਾੜੀ ਦੀ ਧਾਰਾ ਹੈ। ਤਾਂ ਇਸ ਕਰਕੇ ਇਹਦੇ ਵਿੱਚ ਸਾਰਾ ਸਾਲ ਆਵਾਜਾਈ ਚੱਲਦੀ ਰਹਿੰਦੀ ਹੈ, ਕਿਉਂਕਿ ਜਿਹੜੇ ਸਮੁੰਦਰੀ ਜਹਾਜ਼ ਹੈ ਬੇਟਾ, ਜੋ ਬੇੜੇ ਨੇ ਵੱਡੇ ਵੱਡੇ, ਫਿਰ ਉਹਨਾਂ ਨੂੰ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਆਉਂਦੀ। ਕਿਉਂਕਿ ਜੇਕਰ ਖਾੜੀ ਦੀ ਧਾਰਾ ਨਾ ਹੁੰਦੀ ਤਾਂ ਜੋ ਉੱਪਰੋਂ ਉੱਤਰੀ ਧਰੁਵ ਤੋਂ ਆਉਣ ਵਾਲੀਆਂ ਜਿਹੜੀਆਂ ਧਾਰਾਵਾਂ ਨੇ, ਉਹਨਾਂ ਦੇ ਨਾਲ ਜਿਹੜੇ ਵੱਡੇ ਵੱਡੇ ਬਰਫ਼ ਦੇ ਤੋਦੇ ਨੇ ਬੇਟਾ, ਤਾਂ ਹੋ ਸਕਦਾ ਕਿ ਉਹ ਉਹਨਾਂ ਦਾ ਰਾਹ ਰੋਕ ਲੈਂਦੇ। ਪਰ ਖਾੜੀ ਦੀ ਗਰਮ ਧਾਰਾ ਕਰਕੇ ਬੇਟਾ ਉਹ ਜਿਹੜੀ ਬਰਫ਼ ਹੈ ਖੁਰਦੀ ਰਹਿੰਦੀ ਹੈ, ਔਰ ਇਸ ਕਰਕੇ ਇਹਦੇ ਵਿੱਚ ਸਾਰਾ ਸਾਲ ਜਿਹੜੀ ਹੈ ਆਵਾਜਾਈ ਚੱਲਦੀ ਰਹਿੰਦੀ ਹੈ ਬੇਟਾ। ਆ ਤੁਹਾਡੇ ਸਾਹਮਣੇ ਦੇਖੋ, ਤੇ ਜਿਹੜੀ ਬੇਟਾ ਤੁਹਾਨੂੰ ਮੈਂ ਗੱਲ ਕੀਤੀ ਹੈ ਨਿਊ ਫਾਊਂਡਲੈਂਡ ਦੀ, ਤੁਹਾਨੂੰ ਮੈਂ ਉਹ ਵੀ ਦਿਖਾਣਾ ਚਾਹੂੰਗਾ। ਉੱਤਰੀ ਅਮਰੀਕਾ ਮਹਾਦੀਪ ਬੇਟਾ, ਆ ਦੇਖੋ, ਇਹ ਉੱਤਰੀ ਅਮਰੀਕਾ ਮਹਾਦੀਪ ਹੈ। ਤੇ ਆ ਜੋ ਚੀਜ਼ ਦੇਖ ਰਹੇ ਹੋ ਬੇਟਾ, ਆ ਦਿਸ ਵਨ, ਇਹ ਹੈ ਨਿਊ ਫਾਊਂਡਲੈਂਡ। ਇੱਥੇ ਬੇਟਾ ਹਰ ਸਮੇਂ ਧੁੰਦ ਛਾਈ ਰਹਿੰਦੀ ਹੈ, ਕਿਉਂਕਿ ਖਾੜੀ ਦੀ ਜਿਹੜੀ ਗਰਮ ਧਾਰਾ ਹੈ ਇਹ ਇੱਥੋਂ ਹੁੰਦੀ ਹੋਈ ਜਦੋਂ ਇੱਥੇ ਆਉਂਦੀ ਹੈ, ਤੇ ਉੱਪਰੋਂ ਜਿਹੜੀ ਹੈ ਉੱਤਰੀ ਧੁਰੇ ਤੋਂ ਲੈਬਰੇਡਾਰ ਦੀ ਧਾਰਾ ਇੱਥੇ ਆ ਕੇ ਮਿਲਦੀ ਹੈ। ਤੇ ਜਦੋਂ ਵੀ ਗਰਮ ਅਤੇ ਠੰਡੀ ਧਾਰਾਵਾਂ ਆ ਕੇ ਬੇਟਾ ਆਪਸ ਮਿਲਦੀਆਂ ਨੇ, ਤਾਂ ਉਹ ਉਸ ਜਗ੍ਹਾ ਦੇ ਉੱਪਰ ਹਰ ਸਮੇਂ ਧੁੰਦ ਛਾਈ ਰਹਿੰਦੀ ਹੈ। ਹਾਂ, ਇੱਕ ਗੱਲ ਤੁਹਾਨੂੰ ਹੋਰ ਦੱਸਦਾ ਬੇਟਾ, ਸੰਸਾਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਜਿੱਥੇ ਗਰਮ ਧਾਰਾ ਅਤੇ ਠੰਡੀ ਧਾਰਾ ਆ ਕੇ ਮਿਲਦੀ ਹੈ। ਔਰ ਜਿਸ ਵੀ ਜਗ੍ਹਾ ਤੇ ਦੋਨਾਂ ਧਾਰਾਵਾਂ ਦਾ ਮੇਲ ਹੁੰਦਾ ਨਾ ਬੇਟਾ, ਤਾਂ ਉੱਥੇ ਜਿਹੜੀਆਂ ਮੱਛੀਆਂ ਨੇ ਬੇਟਾ, ਜੋ ਤਾਜ਼ਾ ਮੱਛੀਆਂ ਨੇ, ਉਹ ਸਭ ਤੋਂ ਜ਼ਿਆਦਾ ਮਿਲਦੀਆਂ ਨੇ। ਉਹਦਾ ਕਾਰਨ ਇਹ ਹੈ ਕਿ ਇਸ ਜਗ੍ਹਾ ਦੇ ਉੱਪਰ ਉਹਨਾਂ ਦੇ ਖਾਣ ਵਾਸਤੇ ਇੱਕ ਸਪੈਸ਼ਲ ਜੋ ਹੈ ਪਦਾਰਥ ਪੈਦਾ ਹੁੰਦਾ ਹੈ, ਔਰ ਉਸ ਜੋ ਪਦਾਰਥ ਦਾ ਨਾਮ ਬੇਟਾ ਪਲੈਂਕਟਨ। ਤੇ ਮੱਛੀਆਂ ਫਿਰ ਉਹਨੂੰ ਖਾਣ ਵਾਸਤੇ ਆਉਂਦੀਆਂ ਨੇ, ਤੇ ਜਿਹੜੇ ਆਪਣੇ ਮਛੁਆਰੇ ਹੁੰਦੇ ਨੇ ਬੇਟਾ, ਫਿਰ ਉਹ ਉਹਨਾਂ ਨੂੰ ਆਪਦੇ ਜਾਲ ਵਿੱਚ ਉਹਨੂੰ ਕਾਬੂ ਕਰਕੇ ਤੇ ਬੇਟਾ ਫਿਰ ਆਪਣਾ ਜਿਹੜਾ ਕਾਰੋਬਾਰ ਕਰਦੇ ਨੇ। ਔਰ ਨਾਰਵੇ ਦੇ ਲੋਕ ਵੀ ਬੇਟਾ ਖਾੜੀ ਦੀ ਧਾਰਾ ਕਰਕੇ ਹੀ ਆਪਣਾ ਕਾਰੋਬਾਰ ਚਲਾ ਰਹੇ ਨੇ, ਔਰ ਉਹ ਜੋ ਹੈ ਇਹਨਾਂ ਨੂੰ ਪਰਮਾਤਮਾ ਦਾ ਵਰਦਾਨ ਮੰਨਦੇ, ਕਿਉਂਕਿ ਜੇ ਖਾੜੀ ਦੀ ਧਾਰਾ ਬੇਟਾ ਨਾਰਵੇ ਕੋਲ ਨਾ ਜਾਂਦੀ ਹੁੰਦੀ ਤਾਂ ਉੱਥੇ ਤਾਂ ਪਾਣੀ ਜੰਮਿਆ ਹੋਣਾ ਸੀ ਬੇਟਾ, ਤੇ ਫਿਰ ਉਹਨਾਂ ਨੂੰ ਜੋ ਹੈ ਸਮੁੰਦਰ ਦੇ ਵਿੱਚ, ਮਹਾਸਾਗਰ ਦੇ ਵਿੱਚ ਕਿੰਨੀ ਮੁਸ਼ਕਿਲ ਆਣੀ ਸੀ ਮੱਛੀਆਂ ਫੜਨ ਦੇ ਵਿੱਚ। ਲੇਕਿਨ ਖਾੜੀ ਦੀ ਗਰਮ ਧਾਰਾ ਕਰਕੇ ਉਹਨਾਂ ਦਾ ਕੰਮ ਬੇਟਾ ਆਸਾਨ ਹੋ ਗਿਆ। ਓਕੇ ਜੀ, ਤੇ ਇਹ ਆਪਣੇ ਜਿਹੜਾ ਬੇਟਾ ਤਿੰਨ ਤੁਹਾਨੂੰ ਮੈਂ ਮਹਾਸਾਗਰ ਦੱਸੇ ਨੇ, ਹੋਰ ਮੈਂ ਤੁਹਾਨੂੰ ਦਿਖਾ ਰਿਹਾ, ਇੱਕ ਵਾਰੀ ਫਿਰ ਤੁਸੀਂ ਦੇਖ ਲਓ ਬੇਟਾ। ਇਹ ਆਪਣਾ ਜਿਹੜਾ ਹੈ ਆਨੰਦ ਮਹਾਸਾਗਰ, ਔਰ ਆ ਤੁਹਾਨੂੰ ਮੈਂ ਜਿਹੜਾ ਦਿਖਾਇਆ ਸੀ, ਹਾਂਜੀ ਨਾਮ ਬੋਲੋ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਤੇ ਡੂੰਘਾ ਮਹਾਸਾਗਰ ਹੈ। ਹਾਂਜੀ, ਨਾਮ ਇਹਦਾ ਪ੍ਰਸ਼ਾਂਤ ਮਹਾਸਾਗਰ। ਬਿਲਕੁਲ ਬੇਟਾ ਸਹੀ ਹੈ। ਤੇ ਜਿਹੜਾ ਆਪਣੇ ਦੇਸ਼ ਭਾਰਤ ਦੇ ਹੇਠਾਂ ਬੇਟਾ, ਹਾਂਜੀ ਹਿੰਦ ਮਹਾਸਾਗਰ।
और ये अपना हो गया अंध महासागर। ठीक है जी। ਤੇ ਇੱਕ ਬੜਾ ਜੋ ਉੱਪਰ ਸਾਡੇ ਉੱਤਰੀ ਧੁਰੇ ਦੇ ਕੋਲ 66.5 ਡਿਗਰੀ ਉੱਪਰ ਤੋਂ ਲੈ ਕੇ ਬੇਟਾ ਜੋ 90 ਡਿਗਰੀ ਤੱਕ ਫੈਲੇ ਹੋਏ ਨੇ, ਅਸੀਂ ਉਹਨੂੰ ਕਹਿੰਦੇ ਆ ਆਰਕਟਿਕ ਸਾਗਰ, ਆਰਕਟਿਕ ਮਹਾਸਾਗਰ। ਓਕੇ ਜੀ। ਇਹ ਕਈ ਵਾਰੀ ਬੱਚੇ ਨਾ ਆਪਸ ਕਨਫਿਊਜ਼ ਹੋ ਜਾਂਦੇ ਨੇ। ਇੱਕ ਬੇਟਾ ਮਹਾਦੀਪ ਹੈ ਔਰ ਇੱਕ ਮਹਾਸਾਗਰ ਹੈ। ਜਿਹੜਾ ਉੱਤਰੀ ਧਰੁਵ ਵਾਲੇ ਪਾਸੇ ਹੈ ਬੇਟਾ ਉਹ ਮਹਾਸਾਗਰ ਹੈ और ਉਹਦਾ ਨਾਮ ਹੈ ਆਰਕਟਿਕ ਮਹਾਸਾਗਰ। ਸਾਰੇ ਬੱਚੇ ਬੇਟਾ ਨੋਟ ਕਰ ਲਓ ਆਪਣੀ ਕਾਪੀ ਤੇ, क्या नाम है? ਆਰਕਟਿਕ ਮਹਾਸਾਗਰ। ਔਰ ਜਿਹੜਾ ਦੱਖਣੀ ਧਰੁਵ ਵਾਲੇ ਪਾਸੇ ਹੈ ਬੇਟਾ ਉਹ ਮਹਾਦੀਪ ਹੈ ਤੇ ਉਹਦਾ ਨਾਮ ਹੈ ਅੰਟਾਰਕਟਿਕਾ। ਹਾਂਜੀ, अंटार्कटिका। अंटार्कटिका बेटा महाद्वीप है और जो आर्कटिक है वो महासागर है। ਤੇ ਤੁਹਾਨੂੰ ਬੇਟਾ ਮੈਂ 4 ਮਹਾਸਾਗਰ ਦੱਸ ਦਿੱਤੇ। ਹਾਂਜੀ, ਪ੍ਰਸ਼ਾਂਤ महासागर, अंध महासागर, हिंद महासागर और ਜਿਹੜਾ ਚੌਥਾ ਹੈ ਆਰਕਟਿਕ महासागर। ਇੱਕ ਬੇਟਾ ਹੋਰ ਹੈ ਜਿਹਨੂੰ ਅਸੀਂ ਪੰਜਵਾਂ ਮਹਾਸਾਗਰ ਵੀ ਕਹਿ ਦਿੰਦੇ ਆ। ਤੇ ਆ ਦੇਖੋ ਤੁਹਾਡੇ ਜੋ ਹੈ ਟੀਵੀ ਸਕਰੀਨ ਤੇ ਬੇਟਾ ਮੈਂ ਕੋਸ਼ਿਸ਼ ਕਰ ਰਿਹਾ ਦਿਖਾਉਣ ਦੀ। ਉਹਨੂੰ ਅਸੀਂ ਬੇਟਾ ਕਹਿੰਦੇ ਆ ਦੱਖਣੀ ਮਹਾਸਾਗਰ। ਕੀ ਹੈ ਕਿ ਜੋ ਸਾਡੇ ਪ੍ਰਸ਼ਾਂਤ ਮਹਾਸਾਗਰ ਨੇ ਬੇਟਾ, ਹਿੰਦ ਮਹਾਸਾਗਰ ਹੈ, ਅੰਧ ਮਹਾਸਾਗਰ ਹੈ, ਇਹ ਸਾਰੇ ਨਾ ਜਿਹੜਾ ਆਪਣਾ ਇਹ ਅੰਟਾਰਕਟਿਕਾ ਮਹਾਦੀਪ ਹੈ ਬੇਟਾ, ਉਹਦੇ ਦੇਖੋ ਇਹ ਸਾਰੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਨੇ ਤੇ ਇਸ ਜੋ ਹੈ ਮਹਾਸਾਗਰ ਨੂੰ ਦੱਖਣੀ ਮਹਾਸਾਗਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ। ਚਲਿਏ ਤੇ ਹੁਣ ਆਪਾਂ ਕੁਝ ਸਾਗਰ ਦੀ ਗੱਲ ਕਰ ਲਈਏ ਬੇਟਾ। ਪਹਿਲੇ ਆਪਾਂ ਆਪਣੇ ਦੇਸ਼ ਨੂੰ ਲੱਭੀਏ ਕਿ ਆਪਣਾ ਦੇਸ਼ ਭਾਰਤ ਏਸ਼ੀਆ ਮਹਾਦੀਪ ਦੇ ਵਿੱਚ ਹੈ ਔਰ ਇਹ ਆਪਣਾ ਆ ਗਿਆ ਭਾਰਤ ਬੇਟਾ। जस्ट सेकंड। हाँ जी, आ देखो ये अपना बेटा भारत और भारत दे ਜਿਹੜਾ पूर्व वाले पासे ਤੁਸੀਂ बेटा ਜਿਹੜੀ आ जगह देख रहे हो ये ਇਹਦਾ नाम हाँ जी बंगाल दी खाड़ी। ठीक है बेटा, बिल्कुल सही, ये बंगाल दी खाड़ी है और ਇਹਨੂੰ ਅਸੀਂ ਕਹਿੰਦੇ ਆ बेटा अरब सागर, अरेबियन सी। ओके जी, ये अरब सागर और ये बंगाल दी खाड़ी। ਤੇ ਮਹਾਦੀਪਾਂ ਬਾਰੇ ਜੇਕਰ ਤੁਹਾਨੂੰ ਮੈਂ ਬੇਟਾ ਉਹ ਵੀ ਗੱਲ ਕਰਦਾ ਜਾਵਾਂ ਨਾਲ ਨਾਲ ਕਿ ਜੋ ਸਾਡੀ ਪੂਰੀ ਧਰਤੀ ਦੇ ਉੱਪਰ ਜ਼ਮੀਨ ਦਾ ਜਿਹੜਾ ਭਾਗ ਹੈ ਬੇਟਾ ਕੇਵਲ 29% ਔਰ ਜਿਹੜਾ ਜਲ ਭਾਗ ਹੈ ਉਹ ਹੈ 71%। ਹਾਂ ਬੇਟਾ, ਇੱਕ ਗੱਲ ਤੁਸੀਂ ਹੋਰ ਸੁਣੋ ਧਿਆਨ ਨਾਲ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੀ ਜੋ ਹੈ ਧਰਤੀ ਦੇ ਬਿਲਕੁਲ ਵਿਚਕਾਰੋਂ ਭੂਮਧ ਰੇਖਾ ਲੰਘਦੀ ਹੈ ਬੇਟਾ। ਸਾਡੀ ਜਿਹੜਾ ਦੇਸ਼ ਭਾਰਤ ਹੈ ਬੇਟਾ ਉਥੋਂ ਥੋੜਾ ਜਿਹਾ ਥੱਲੇ ਕਰਕੇ ਨਿਕਲਦੀ ਹੈ ਕਿਉਂਕਿ ਜੋ ਸਾਡੇ ਭਾਰਤ ਦਾ ਵਿਸਤਾਰ ਹੈ ਬੇਟਾ 8 ਡਿਗਰੀ 4 ਮਿੰਟ ਤੋਂ ਸ਼ੁਰੂ ਹੁੰਦਾ ਹੈ ਔਰ ਭੂਮਧ ਰੇਖਾ ਹੈ 0 ਡਿਗਰੀ ਤੇ। ਠੀਕ ਹੈ ਜੀ। ਤੇ ਭੂਮਧ ਰੇਖਾ ਤੋਂ ਬੇਟਾ ਜਿਹੜਾ ਥੱਲੇ ਵਾਲਾ ਭਾਗ ਹੈ ਅਸੀਂ ਉਹਨੂੰ ਕਹਿੰਦੇ ਆ ਦੱਖਣੀ ਗੋਲਾਰਧ ਤੇ ਜਿਹੜਾ ਉੱਪਰ ਵਾਲਾ ਭਾਗ ਹੈ ਇਹ ਵਾਲਾ ਅਸੀਂ ਉਹਨੂੰ ਕਹਿੰਦੇ ਆ ਉੱਤਰੀ ਗੋਲਾਰਧ। ਬੱਚੇ ਤੁਸੀਂ ਨੋਟ ਕਰੋ ਬੇਟਾ, ਧਿਆਨ ਨਾਲ ਮੇਰੀ ਗੱਲ ਸੁਣੋ। ਜਿਹੜਾ ਆਪਣਾ ਦੱਖਣੀ ਗੋਲਾਰਧ ਹੈ ਤੁਸੀਂ ਉਹਦੇ ਵਿੱਚ ਦੇਖੋ ਥਲ ਦੀ ਜਿਹੜੀ ਮਾਤਰਾ ਹੈ ਬੇਟਾ ਘੱਟ ਹੈ, ਉੱਥੇ ਜ਼ਮੀਨ ਘੱਟ ਹੈ ਔਰ ਪਾਣੀ ਜ਼ਿਆਦਾ ਹੈ। ਆ ਦੇਖੋ ਸਾਰਾ ਜਿਹੜਾ ਹੈ ਨੀਚੇ ਪਾਣੀ ਬੇਟਾ ਜ਼ਿਆਦਾ ਹੈ ਔਰ ਜ਼ਮੀਨ ਘੱਟ ਹੈ ਤਾਂ ਇਸ ਕਰਕੇ ਜਿਹੜਾ ਹੈ ਦੱਖਣੀ ਅਰਧ ਗੋਲੇ ਨੂੰ ਜਲ ਗੋਲਾ ਵੀ ਕਿਹਾ ਜਾਂਦਾ ਹੈ। ਔਰ ਇਸ ਦੇ ਉਲਟ ਦੇਖੀਏ ਆਪਾਂ ਉੱਤਰੀ ਅਰਧ ਗੋਲੇ ਵਿੱਚ ਤਾਂ ਉੱਥੇ ਜ਼ਮੀਨ ਬੇਟਾ ਜ਼ਿਆਦਾ ਹੈ ਔਰ ਪਾਣੀ ਘੱਟ ਹੈ ਤਾਂ ਇਸ ਕਰਕੇ ਉਸ ਨੂੰ ਧਰਤ ਗੋਲੇ ਦੇ ਨਾਮ ਨਾਲ ਬੇਟਾ ਜਾਣਿਆ ਜਾਂਦਾ ਹੈਗਾ। ਓਕੇ, ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਬੇਟਾ ਆ ਚੀਜ਼ ਸਮਝ ਆ ਗਈ ਹੋਏਗੀ ਤੇ ਬਾਕੀ ਆਪਾਂ ਡਿਟੇਲ ਦੇ ਵਿੱਚ ਜਦੋਂ ਅੱਗੇ ਪਾਠ ਪੜਾਂਗੇ ਤੇ ਉਦੋਂ ਗੱਲ ਕਰਾਂਗੇ। ਤਾਂ ਇਹ ਬੇਟਾ ਜੋ ਤੁਹਾਡੇ ਵਾਤਾਵਰਣ ਲੈਸਨ ਦੇ ਵਿੱਚ ਜਲ ਮੰਡਲ ਦੇ ਨਾਮ ਨਾਲ ਸੀ ਤੇ ਇਹ ਤੁਹਾਨੂੰ ਬੇਟਾ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਵਾਰੀ ਫਿਰ ਸਾਰਿਆਂ ਦਾ ਬੇਟਾ ਸਾਡੇ ਨਾਲ ਬਣੇ ਰਹਿਣ ਤੇ ਵੈਲਕਮ, ਸਵਾਗਤ ਤੇ ਜਲਦੀ ਹੀ ਤੁਹਾਡੇ ਨਾਲ ਫਿਰ ਅਸੀਂ ਮਿਲਾਂਗੇ। ਓਕੇ, ਬਾਏ, ਟਾਟਾ। ਪਿਆਰੇ ਬੱਚਿਓ, ਅੱਜ ਆਪਾਂ
7ਵੀਂ ਜਮਾਤ ਦੇ ਭੂਗੋਲ ਵਿਸ਼ੇ ਦੇ ਪਹਿਲੇ ਪਾਠ, ਜਿਸ ਦਾ ਨਾਮ ਹੈ ਵਾਤਾਵਰਣ, ਦੇ ਬਾਰੇ ਗੱਲਬਾਤ ਕਰਾਂਗੇ। ਵੈਸੇ ਤਾਂ ਤੁਸੀਂ ਇਹ ਪਾਠ ਬੜੇ ਹੀ ਵਿਸਤਾਰ ਦੇ ਨਾਲ ਪਹਿਲਾਂ ਪੜ੍ਹ ਚੁੱਕੇ ਹੋ। ਇਸ ਲੈਕਚਰ ਦੇ ਵਿੱਚ ਆਪਾਂ ਇਸ ਪਾਠ ਵਿਚਲੇ ਕੁਝ ਜ਼ਰੂਰੀ ਤੱਥਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਆਪ ਜੀ ਤੋਂ 15 ਪ੍ਰਸ਼ਨ ਵੱਖ-ਵੱਖ ਸਲਾਈਡਾਂ ਦੇ ਦੌਰਾਨ ਪੁੱਛੇ ਜਾਣਗੇ ਅਤੇ ਤੁਹਾਡੇ ਵੱਲੋਂ ਇਹਨਾਂ ਦੇ ਸਹੀ ਉੱਤਰਾਂ ਨੂੰ ਬੁੱਝਿਆ ਜਾਣਾ ਹੈ। ਆਓ ਸ਼ੁਰੂ ਕਰਦੇ ਹਾਂ ਇਹਨਾਂ 15 ਪ੍ਰਸ਼ਨਾਂ ਦੀ ਲੜੀ ਨੂੰ। ਪ੍ਰਸ਼ਨ 1, ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ? ਧਰਤੀ ਤੇ ਪਾਣੀ ਦੀ ਕਿੰਨੀ ਮਾਤਰਾ ਹੈ? ਕਿਸੇ ਥਾਂ ਦੇ ਜੀਵ ਮੰਡਲ ਅਤੇ ਉੱਥੋਂ ਦੇ ਭੌਤਿਕ ਆਲੇ ਦੁਆਲੇ ਨੂੰ ਉਸ ਦੀ ਡੈਸ਼ ਆਖਦੇ ਹਨ। ਇਹਨਾਂ ਪ੍ਰਸ਼ਨਾਂ ਨੂੰ ਇੱਕ ਵਾਰ ਮੁੜ ਤੋਂ ਨਜ਼ਰ ਮਾਰੋ ਅਤੇ ਇਹਨਾਂ ਦੇ ਸੰਭਾਵੀ ਉੱਤਰਾਂ ਦੇ ਬਾਰੇ ਆਪਣੇ ਮਨ ਦੇ ਵਿੱਚ ਸੋਚੋ। ਆਓ ਤੁਹਾਡੇ ਸੋਚੇ ਉੱਤਰਾਂ ਦਾ ਮਿਲਾਨ ਸਹੀ ਉੱਤਰਾਂ ਦੇ ਨਾਲ ਕਰੀਏ। ਵਾਤਾਵਰਣ ਦਿਵਸ 5 ਜੂਨ ਨੂੰ ਮਨਾਇਆ ਜਾਂਦਾ ਹੈ। ਧਰਤੀ ਤੇ ਪਾਣੀ ਦੀ ਕਿੰਨੀ ਮਾਤਰਾ ਹੈ? ਸਹੀ ਉੱਤਰ 71%। ਕਿਸੇ ਥਾਂ ਦੇ ਜੀਵ ਮੰਡਲ ਅਤੇ ਉੱਥੋਂ ਦੇ ਭੌਤਿਕ ਆਲੇ ਦੁਆਲੇ ਨੂੰ ਉਸ ਦੀ ਪਰਿਸਥਿਤੀ ਆਖਿਆ ਜਾਂਦਾ ਹੈ। ਆਓ ਅਗਲੇ 3 ਪ੍ਰਸ਼ਨਾਂ ਨੂੰ ਪੜ੍ਹੀਏ ਅਤੇ ਇਹਨਾਂ ਦੇ ਉੱਤਰ ਨੂੰ ਬੁੱਝੀਏ। ਮੈਂ ਧਰਤੀ ਦੇ ਆਲੇ ਦੁਆਲੇ 1600 ਕਿਲੋਮੀਟਰ ਦੀ ਉਚਾਈ ਤੱਕ ਫੈਲਿਆ ਹੋਇਆ ਹਾਂ। ਮੈਂ ਹਾਂ। ਇਹਦੇ ਵਿੱਚ ਤੁਸੀਂ ਦੱਸਣਾ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਧਰਤੀ ਦੇ ਆਲੇ ਦੁਆਲੇ 1600 ਕਿਲੋਮੀਟਰ ਦੀ ਉਚਾਈ ਤੱਕ ਫੈਲੀ ਹੋਈ ਹੈ। ਉਸ ਨੂੰ ਕੀ ਕਿਹਾ ਜਾਂਦਾ ਹੈ? ਅਗਲਾ ਪ੍ਰਸ਼ਨ, ਭਾਵੇਂ ਧਰਤੀ ਦੇ ਦੁਆਲੇ ਹਵਾ ਦਾ ਗਿਲਾਫ ਲਗਭਗ 1600 ਕਿਲੋਮੀਟਰ ਤੱਕ ਹੈ, ਪਰ 99% ਹਵਾ ਡੈਸ਼ ਕਿਲੋਮੀਟਰ ਤੱਕ ਦੇ ਘੇਰੇ ਵਿੱਚ ਹੀ ਹੈ। ਵਾਤਾਵਰਣ ਦੇ ਕਿਸ ਅੰਸ਼ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ? ਇਹਨਾਂ 3 ਪ੍ਰਸ਼ਨਾਂ ਨੂੰ ਧਿਆਨ ਦੇ ਨਾਲ ਮੁੜ ਤੋਂ ਪੜ੍ਹੋ ਅਤੇ ਇਹਨਾਂ ਦੇ ਸੰਭਾਵੀ ਉੱਤਰਾਂ ਨੂੰ ਆਪਣੇ ਮਨ ਦੇ ਵਿੱਚ ਖੋਜੋ। ਆਓ ਸਹੀ ਉੱਤਰਾਂ ਦੀ ਤੁਹਾਡੇ ਸੋਚੇ ਉੱਤਰਾਂ ਦੇ ਨਾਲ ਮਿਲਾਨ ਕਰੀਏ। ਮੈਂ ਧਰਤੀ ਦੇ ਆਲੇ ਦੁਆਲੇ 1600 ਕਿਲੋਮੀਟਰ ਦੀ ਉਚਾਈ ਤੱਕ ਫੈਲਿਆ ਹੋਇਆ ਹਾਂ। ਮੈਂ ਹਾਂ ਵਾਯੂਮੰਡਲ। ਭਾਵੇਂ ਧਰਤੀ ਦੇ ਦੁਆਲੇ ਹਵਾ ਦਾ ਗਿਲਾਫ ਲਗਭਗ 1600 ਕਿਲੋਮੀਟਰ ਤੱਕ ਹੈ, ਪਰ 99% ਹਵਾ ਡੈਸ਼ ਕਿਲੋਮੀਟਰ ਤੱਕ ਦੇ ਘੇਰੇ ਵਿੱਚ ਹੀ ਹੈ। 32 ਕਿਲੋਮੀਟਰ। ਵਾਤਾਵਰਣ ਦੇ ਕਿਸ ਅੰਸ਼ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ? ਇਸ ਦਾ ਉੱਤਰ ਹੈ ਵਾਯੂਮੰਡਲ। ਵਾਤਾਵਰਣ ਦੇ ਵਾਯੂਮੰਡਲ ਦੇ ਵਿੱਚ ਹੀ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ। ਆਓ ਅਗਲੇ ਪ੍ਰਸ਼ਨਾਂ ਦੇ ਬਾਰੇ ਗੱਲਬਾਤ ਕਰੀਏ। ਧਰਤੀ ਦਾ 2/3 ਭਾਗ ਡੈਸ਼ ਵਿੱਚ ਹੈ। ਧਰਤੀ ਦੀ ਪਰਤ
कई प्रकार दीयां चट्टानां तो बनी है। इसका उत्तर तुसी ठीक या गलत विच देना है। मैं धरती दी सब तो उपरली परत हां, मेरे अंदर सिलिकॉन अते एल्यूमीनियम तत्त सब तो ज्यादा हन, मेरा नां दस सकदे हो? इन्हां प्रश्नां नूं ध्यान दे नाल पढ़ो अते उत्तर दी पड़ताल करो। आओ इन्हां प्रश्नां दे सही उत्तरां बारे जानकारी लईए। धरती दा 2/3 भाग उत्तरी गोलार्ध विच है। धरती दी परत कई प्रकार दीयां चट्टानां तो बनी है। इसका जवाब ठीक है। मैं धरती दी सब तो उपरली परत हां, मेरे अंदर सिलिकॉन अते एल्यूमीनियम तत्त सब तो ज्यादा हन, मेरा नां दस सकदे हो? सियाल। सियाल धरती दी सब तो उपरली परत है, जिस दे विच सिलिकॉन अते एल्यूमीनियम दे तत्त सब तो ज्यादा हन। आओ अगले होर प्रश्नां दे बारे जानकारी लईए। धरती दी किहड़ी परत विच सिलिकॉन अते मैग्नीशियम तत्त वधेरे मिलदे हन? निकल अते लोहा तत्त धरती दी किहड़ी परत विच मिलदे हन? इन्हां विचों किहड़ा भाग जलमंडल दा नहीं है? इन्हां प्रश्नां नूं ध्यान दे नाल पढ़ो अते उत्तर नूं सोचो। आओ इन्हां दे सही उत्तरां दे बारे जानकारी लईए। धरती दी किहड़ी परत विच सिलिकॉन अते मैग्नीशियम तत्त वधेरे मिलदे हन? उस परत दा नाम है सीमा। निकल अते लोहा तत्त धरती दी किहड़ी परत विच मिलदे हन? यह नाइफ विच मिलदे हन। निकल अते लोहा धरती दी नाइफ परत विच मिलदे हन। इन्हां विचों किहड़ा भाग जलमंडल दा नहीं है? ऑप्शन दित्तियां हन पहाड़, समुंदर, महासागर। तां इस दे विच पहाड़ भाग जिहड़ा है वो जलमंडल दा भाग नहीं है। आओ इस तो बाद आखिरी 3 प्रश्नां दे बारे जानकारी प्राप्त करिए। मैं तिन्नां मंडलां दे मेल नाल होंद विच आउंदा हां, मेरा नां की है? जीव मंडल विचले अनेक किस्म दे जीव जंतुआं अते पेड़ पौधिਆਂ ਨੂੰ ਕੀ ਆਖਦੇ ਹਨ? आखिरी प्रश्न मनुख दे उद्यम सदका सारा संसार एक डैश बन गया है, जिस दा हरेक मनुखी किते उत्ते प्रभाव पिया है। इन्हां प्रश्नां नूं एक बार फिर तो ध्यान दे नाल पढ़ो अते उत्तरां नूं अपने दिमाग दे विच लियाओ। आओ तुहाडे लिआंदे उत्तरां नूं सही उत्तरां दे नाल मिलाइए। मैं तिन्नां मंडलां दे मेल नाल होंद विच आउंदा हां, मेरा नां है जीव मंडल। जीव मंडल विचले अनेक किस्म दे जीव जंतुआं अते पेड़ पौधਿਆਂ ਨੂੰ जीव जगत आखदे हां। सही उत्तर जीव जगत। आखिरी प्रश्न
ਮਨੁੱਖ ਦੇ ਉਦਮ ਸਦਕਾ ਸਾਰਾ ਸੰਸਾਰ ਇੱਕ ਡੈਸ਼ ਬਣ ਗਿਆ ਹੈ ਜਿਸ ਦਾ ਹਰੇਕ ਮਨੁੱਖੀ ਕਿੱਤੇ ਉੱਤੇ ਪ੍ਰਭਾਵ ਪਿਆ ਹੈ। ਮਨੁੱਖ ਦੇ ਉਦਮ ਸਦਕਾ ਸਾਰਾ ਸੰਸਾਰ ਗਲੋਬਲ ਪਿੰਡ ਬਣ ਗਿਆ ਹੈ ਜਿਸ ਦਾ ਹਰੇਕ ਮਨੁੱਖੀ ਕਿੱਤੇ ਦੇ ਉੱਤੇ ਅਸਰ ਪੈਂਦਾ ਹੈ। ਇਹ ਸਨ 15 ਪ੍ਰਸ਼ਨ। ਸਾਰੇ ਪ੍ਰਸ਼ਨ ਤੁਹਾਡੇ ਇਸ ਪਾਠ ਦੇ ਅੰਕ ਦੇ ਵਿੱਚੋਂ ਲਏ ਗਏ ਹਨ। ਸਾਰੇ ਦੇ ਸਾਰੇ ਪ੍ਰਸ਼ਨ ਹੀ ਬਹੁਤ ਇੰਪੋਰਟੈਂਟ ਪ੍ਰਸ਼ਨ ਹਨ, ਇਸ ਲਈ ਇਹਨਾਂ ਨੂੰ ਪੱਕੇ ਤੌਰ ਤੇ ਆਪਣੇ ਦਿਮਾਗ ਦੇ ਵਿੱਚ ਆਪਾਂ ਸਮਝੀਏ ਅਤੇ ਇੱਕ ਵਾਰ ਇਹਨਾਂ 15 ਪ੍ਰਸ਼ਨਾਂ ਦੀ ਜਲਦੀ ਦੁਹਰਾਈ ਕਰਦੇ ਹਾਂ। ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ? 5 ਜੂਨ। ਧਰਤੀ ਤੇ ਪਾਣੀ ਦੀ ਕਿੰਨੀ ਮਾਤਰਾ ਹੈ? 71%। ਕਿਸੇ ਥਾਂ ਦੇ ਜੀਵ ਮੰਡਲ ਅਤੇ ਉੱਥੋਂ ਦੇ ਭੌਤਿਕ ਆਲੇ ਦੁਆਲੇ ਨੂੰ ਉਸ ਦੀ ਡੈਸ਼ ਆਖਦੇ ਹਨ? ਪਰਿਸਥਿਤੀ। ਮੈਂ ਧਰਤੀ ਦੇ ਆਲੇ ਦੁਆਲੇ 16 ਕਿਲੋਮੀਟਰ ਦੀ ਉਚਾਈ ਤੱਕ ਫੈਲਿਆ ਹੋਇਆ ਹਾਂ। ਮੈਂ ਹਾਂ ਵਾਯੂ ਮੰਡਲ। ਭਾਵੇਂ ਧਰਤੀ ਦੇ ਦੁਆਲੇ ਹਵਾ ਦਾ ਗਲਾਫ ਲਗਭਗ 1600 ਕਿਲੋਮੀਟਰ ਤੱਕ ਹੈ, ਪਰ 99% ਹਵਾ 32 ਕਿਲੋਮੀਟਰ ਤੱਕ ਦੇ ਘੇਰੇ ਵਿੱਚ ਹੀ ਹੈ। ਇਸ ਦਾ ਉੱਤਰ 32 ਕਿਲੋਮੀਟਰ। ਵਾਤਾਵਰਣ ਦੇ ਕਿਸ ਅੰਸ਼ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ? ਵਾਯੂਮੰਡਲ। ਮੈਂ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹਾਂ। ਮੇਰੇ ਅੰਦਰ ਸਿਲੀਕਾਨ ਅਤੇ ਐਲੂਮੀਨੀਅਮ ਤੱਤ ਸਭ ਤੋਂ ਜ਼ਿਆਦਾ ਹਨ। ਮੇਰਾ ਨਾਮ ਦੱਸ ਸਕਦੇ ਹੋ? ਸਿਆਲ। ਇਸ ਦਾ ਉੱਤਰ ਸਿਆਲ ਹੈ। ਧਰਤੀ ਦਾ 2/3 ਭਾਗ ਡੈਸ਼ ਵਿੱਚ ਹੈ? ਉੱਤਰੀ ਗੋਲਾਰਧ। ਧਰਤੀ ਦੀ ਪਰਤ ਕਈ ਪ੍ਰਕਾਰ ਦੀਆਂ ਚਟਾਨਾਂ ਤੋਂ ਬਣੀ ਹੈ? ਇਸ ਦਾ ਜਵਾਬ ਠੀਕ ਹੈ। ਧਰਤੀ ਦੀ ਕਿਹੜੀ ਪਰਤ ਵਿੱਚ ਸਿਲੀਕਾਨ ਅਤੇ ਮੈਗਨੀਸ਼ੀਅਮ ਤੱਤ ਵਧੇਰੇ ਮਿਲਦੇ ਹਨ? ਸੀਮਾ। ਆਖਰੀ 5 ਪ੍ਰਸ਼ਨਾਂ ਦੀ ਦੁਹਰਾਈ। ਨਿੱਕਲ ਅਤੇ ਲੋਹਾ ਤੱਤ ਧਰਤੀ ਦੀ ਕਿਹੜੀ ਪਰਤ ਵਿੱਚ ਮਿਲਦੇ ਹਨ? ਨਾਈਫ। ਹੇਠ ਲਿਖਿਆਂ ਵਿੱਚੋਂ ਕਿਹੜਾ ਭਾਗ ਜਲ ਮੰਡਲ ਦਾ ਨਹੀਂ ਹੈ? ਇਸ ਦਾ ਜਵਾਬ ਹੈ ਪਹਾੜ। ਮੈਂ ਤਿੰਨਾਂ ਮੰਡਲਾਂ ਦੇ ਮੇਲ ਨਾਲ ਹੋਂਦ ਵਿੱਚ ਆਉਂਦਾ ਹਾਂ। ਮੇਰਾ ਨਾਂ ਕੀ ਹੈ? ਜੀਵ ਮੰਡਲ। ਜੀਵ ਮੰਡਲ ਵਿਚਲੇ ਅਨੇਕ ਕਿਸਮ ਦੇ ਜੀਵ ਜੰਤੂਆਂ ਅਤੇ ਪੇੜ ਪੌਦਿਆਂ ਨੂੰ ਕੀ ਆਖਦੇ ਹਨ? ਜੀਵ ਜਗਤ। ਆਖਰੀ ਪ੍ਰਸ਼ਨ। ਮਨੁੱਖ ਦੇ ਉਦਮ ਸਦਕਾ ਸਾਰਾ ਸੰਸਾਰ ਇੱਕ ਡੈਸ਼ ਬਣ ਗਿਆ ਹੈ ਜਿਸ ਦਾ ਹਰੇਕ ਮਨੁੱਖੀ ਕਿੱਤੇ ਉੱਤੇ ਪ੍ਰਭਾਵ ਪਿਆ ਹੈ। ਗਲੋਬਲ ਪਿੰਡ। ਮਨੁੱਖ ਦੇ ਉਦਮ ਸਦਕਾ ਸਾਰਾ ਸੰਸਾਰ ਇੱਕ ਗਲੋਬਲ ਪਿੰਡ ਬਣ ਗਿਆ ਹੈ। ਤਾਂ ਇਹ ਸਨ ਬੱਚਿਓ 15 ਪ੍ਰਸ਼ਨ, 15 ਤੱਥ ਜੋ ਕਿ ਆਪਣੇ ਇਸ ਪਾਠ ਦੇ ਨਾਲ ਸੰਬੰਧਿਤ ਸਨ। ਹੁਣ ਆਗਿਆ ਦਿਓ, ਅਗਲੇ ਲੈਕਚਰ ਦੇ ਨਾਲ ਜਲਦੀ ਹੀ ਮਿਲਦੇ ਹਾਂ। ਧੰਨਵਾਦ।